ਕੈਪਟਨ ਅਮਰਿੰਦਰ ਸਿੰਘ ਦਾ ਮੈਂ ਬੜਾ ਸਤਿਕਾਰ ਵੀ ਕਰਦਾ ਰਿਹਾ ਐਜ਼ ਏ ਉਮਰ 'ਚ। ਮੈਂ ਜੇ ਕੋਈ ਗੱਲ ਕਵਾਂਗਾ ਸ਼ਾਇਦ ਵੱਡੀ ਉਮਰ ਦੇ ਲੋਕਾਂ ਨੂੰ ਬੁਰੀ ਲੱਗੇ। ਮੈਂ ਜ਼ਿੰਦਗੀ 'ਚ ਰਾਜਨੀਤੀ ਛੱਡ ਦਿਆਂਗਾ। ਤੁਹਾਡਾ ਤਾਂ 80 ਸਾਲਾਂ ਦੀ ਉਮਰ 'ਚ ਵੀ ਹਜੇ ਢਿੱਡ ਨਹੀਂ ਭਰਿਆ ਰਾਜਨੀਤੀ ਛੱਡਣ ਦਾ। ਜਿਹੜੇ ਆਪਦੇ ਆਪ ਨੂੰ ਇਹ ਭੁਲੇਖਾ ਸਮਝੀ ਬੈਠੇ ਕਿ ਮੈਂ ਲੋਕਾਂ ਦਾ ਲੀਡਰ ਹਾਂ, ਲੋਕਪ੍ਰਿय ਨੇਤਾ ਹਾਂ, ਨਵੀਂ ਪਾਰਟੀ ਘੋਸ਼ਿਤ ਕਰਦੀ ਹੈ। ਜੇ ਗਿੱਦੜਬਾਹ ਮੇਰੇ ਵਰਗੇ ਨਿਮਾਣੇ ਤੇ ਨਤਾਣੇ ਨਾਲ ਵੀ ਲੜੋਗੇ ਨਾ, ਜਿਹੜਾ ਬਹੁਤ ਛੋਟਾ ਹੈ ਤੁਹਾਡੇ ਤੋਂ, ਤੇ ਉਹ ਵੀ ਤੁਹਾਨੂੰ ਪਾਣੀ ਨਹੀਂ ਮੰਗਣਗੇ। ਉਹਨਾਂ ਨੂੰ ਪਤਾ ਹੈ ਕਿ ਮੈਂ ਨਹੀਂ ਜਿੱਤਣਾ, ਉਹਨਾਂ ਨੂੰ ਪਤਾ ਹੈ ਮੇਰੇ ਕਿਸੇ ਵਿਅਕਤੀ ਨੇ ਨਹੀਂ ਜਿੱਤਣਾ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਲਗਾਤਾਰ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਅੱਜ ਵੇਖਣ ਨੂੰ ਮਿਲਿਆ ਕਿ ਜਦੋਂ ਰਾਜਾ ਵੜਿੰਗ ਨੂੰ ਫੋਨ ਆਉਂਦਾ ਕਿ ਇੱਕ ਪ੍ਰਾਈਵੇਟ ਜਿਹੜਾ ਆਪਰੇਟਰ ਉਹ ਪੀਆਰਟੀਸੀ ਬੱਸਾਂ ਦੇ ਵਿੱਚੋਂ ਸਵਾਰੀਆਂ ਉਤਾਰ ਕੇ ਤੇ ਆਪਣੀ ਬੱਸ ਦੇ ਵਿੱਚ ਚੜਾਉਂਦਾ ਤੇ ਉਸੇ ਦੌਰਾਨ ਜਿਹੜਾ ਰਾਜਾ ਵੜਿੰਗ ਜਿਹੜਾ 43 ਦੇ ਚੰਡੀਗੜ੍ਹ ਬੱਸ ਸਟੈਂਡ ਵੱਲ ਪਹੁੰਚਦੇ ਨੇ ਤਾਂ ਉੱਥੇ ਦੇਖਦੇ ਨੇ ਸਵਾਰੀਆਂ ਪ੍ਰਾਈਵੇਟ ਬੱਸ ਦੇ ਵਿੱਚ ਬੈਠੀਆਂ ਹੁੰਦੀਆਂ ਨੇ। ਰਾਜਾ ਵੜਿੰਗ ਇਸ ਵਕਤ ਸਾਡੇ ਨਾਲ ਨੇ। ਲਗਾਤਾਰ ਤੁਸੀਂ ਜਦੋਂ ਦਾ ਕਾਰੋਬਾਰ ਸੰਭਾਲਿਆ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਸੜਕਾਂ ਤੇ ਤੁਸੀਂ ਨਜ਼ਰ ਆ ਰਹੇ ਹੋ ਤੇ ਅੱਜ ਕੀ ਹੋਇਆ ਸੀਗਾ ਕਿ ਤੁਸੀਂ ਜਦੋਂ ਮੌਕੇ ਤੇ ਪਹੁੰਚਦੇ ਹੋ ਕੀ ਉੱਥੇ ਮੰਜ਼ਰ ਕੀ ਸੀਗਾ? ਅੱਜ ਫਿਰ ਸੁਖਬੀਰ ਬਾਦਲ ਦੇ ਗੁੰਡਿਆਂ ਨੇ, ਮੈਂ ਗੁੰਡੇ ਹੀ ਕਵਾਂਗਾ, ਉਹਨਾਂ ਦੇ ਜਿਹੜੇ ਐਸੋਸੀਏਟਡ ਜਿਨ੍ਹਾਂ ਨੇ 14.5 ਸਾਲ ਪੰਜਾਬ ਨੂੰ ਲੁੱਟਿਆ ਔਰ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਮਾਫੀਆ ਰਾਜ ਦਾ ਜਿਹੜੇ ਜਨਮਦਾਤਾ ਨੇ, ਸਾਡੀ ਜਿਹੜੀ ਇੱਕ ਬੱਸ ਸੀਗੀ ਪਨ ਬੱਸ, ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਹਨੇ ਚੰਡੀਗੜ੍ਹੋਂ 2:05 ਤੇ ਚੱਲਣਾ ਸੀ ਤਾਂ ਉਹਨਾਂ ਨੇ ਜੁਝਾਰ ਟਰਾਂਸਪੋਰਟ ਦੇ ਜਿਹੜੇ ਉੱਥੇ ਅੱਡਾ ਇੰਚਾਰਜ ਨੇ, ਕਿਉਂਕਿ ਜੁਝਾਰ ਟਰਾਂਸਪੋਰਟ ਜਿਹੜੀ ਹੈ ਉਹ ਪੀਟੀਸੀ ਜਿਹਨੂੰ ਚਲਾਉਂਦਾ ਹੈ, ਡੇਲੀ ਪੋਸਟ ਚਲਾਉਂਦਾ ਹੈ, ਯਾਨੀ ਕਿ ਸੁਖਬੀਰ ਬਾਦਲ ਦੀ ਕਹਿ ਸਕਦੇ ਹਾਂ ਆਪਾਂ। ਉਹੀ ਪੁਰਾਣੀਆਂ ਆਦਤਾਂ, ਬਦਮਾਸ਼ੀ ਉਹਨਾਂ ਨੇ ਰੋਕੀ। ਉੱਥੇ ਸਾਡੀਆਂ ਸਵਾਰੀਆਂ, ਉਹ ਵੀਡੀਓ ਵੀ ਹੈ ਸਾਡੇ ਕੋਲੇ, ਸਾਡੀਆਂ ਸਵਾਰੀਆਂ ਨੂੰ ਉਤਾਰ ਲਿਆ ਗਿਆ, ਆਪਦੀ ਬੱਸ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ, ਲੈ ਗਏ। ਸਾਡੇ ਡਰਾਈਵਰ ਨੂੰ ਤੇ ਕੰਡਕਟਰ ਨੂੰ ਧਮਕਾਇਆ ਗਿਆ, ਮੈਂ ਦੇਖ ਲਾਂਗਾ, ਉਰੇ ਅੱਗੇ ਖੜੇ ਹੋ ਗਏ, ਘੇਰ ਲਿਆ ਗਿਆ ਬੱਸ ਨੂੰ। ਫਿਰ ਡਰਾਈਵਰ ਸਾਹਿਬ ਦਾ, ਮੈਨੂੰ ਕੰਡਕਟਰ ਸਾਹਿਬ ਦਾ ਫੋਨ ਆਉਂਦਾ ਹੈ। ਸੋ ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਬਿਲਕੁਲ, ਤੁਸੀਂ ਪਰਮਿਟ ਤੁਹਾਡੇ ਕੋਲ ਹੈਗਾ? ਉਹਨਾਂ ਨੇ ਦੱਸਿਆ ਕਿ ਬਿਲਕੁਲ ਸਾਡੇ ਕੋਲ ਪਰਮਿਟ ਹੈਗਾ, ਅਸੀਂ 2:05 ਤੇ ਇੱਥੋਂ ਚੱਲਣਾ ਸੀ, ਜਿਹੜਾ ਸਾਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ। ਸੋ ਮੈਂ ਉਸ ਦਰਮਿਆਨ ਨੇੜੇ ਹੀ ਸੀਗਾ, ਸੋ ਮੈਂ ਖੁਦ ਚਲਾ ਗਿਆ ਉੱਥੇ ਬੱਸ ਸਟੈਂਡ ਦੇ ਵਿੱਚ। ਅਤੇ ਬੱਸ ਸਟੈਂਡ ਦੇ ਵਿੱਚ ਜਦੋਂ ਮੈਂ ਗਿਆ, ਜੋ ਮੈਨੂੰ ਮੇਰੇ ਡਰਾਈਵਰ ਸਾਹਿਬਾਨ ਨੇ ਦੱਸਿਆ ਸੀ ਉਹ ਬਿਲਕੁਲ ਸਹੀ ਸੀ। ਸਾਰਾ ਅੱਡਾ ਉੱਥੇ ਇਕੱਠਾ ਹੋ ਗਿਆ, ਈਵਨ ਆਮ ਪਬਲਿਕ ਵੀ ਸੀਗੀ। ਫਿਰ ਅਸੀਂ ਉਹਨਾਂ 'ਤੇ ਜਿਹੜੀ ਬਣਦੀ ਕਾਰਵਾਈ ਸੀ ਉਹ ਡਰਾਈਵਰ ਨੇ ਪੁਲਿਸ ਨੂੰ ਇਤਲਾਹ ਦਿੱਤੀ। ਸੋ ਪੁਲਿਸ ਉੱਥੇ ਆਈ, ਅਸੀਂ ਉਹ ਸਾਰੀ ਐਪਲੀਕੇਸ਼ਨ ਉਹਨਾਂ ਨੂੰ ਦੇ ਦਿੱਤੀ ਅਤੇ ਆਪਦੀ ਬੱਸ, ਫਿਰ ਮੈਂ ਵੀ ਉਹਨਾਂ ਨੂੰ ਕਿਹਾ ਕਿ ਇਹ ਬਦਮਾਸ਼ੀ ਹੁਣ ਨਹੀਂ ਚੱਲੇਗੀ ਜਿਹੜੀ ਤੁਸੀਂ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਹੋ, ਤੁਹਾਨੂੰ ਆਦਤਾਂ ਪਈਆਂ, ਛੱਡ ਦਿਓ। ਸੋ ਹੋਰ ਵੀ ਕੰਪਲੇਂਟਸ ਉਹਨਾਂ ਨੇ ਦੱਸੀਆਂ ਕਿ ਹੌਕਰਸ ਆਉਂਦੇ ਇੱਥੇ, ਆਵਾਜ਼ਾਂ ਮਾਰਦੇ ਆ, ਗੁੰਡੇ ਰੱਖੇ ਹੋਏ ਹੈ ਅੱਡੇ ਦੇ ਵਿੱਚ, ਡਰਾਈਵਰ ਕੰਡਕਟਰ ਤੋਂ ਬਿਨਾਂ ਉਹ ਸਰਕਾਰ ਦੀਆਂ ਬੱਸਾਂ ਤੋਂ ਲਵਾ ਲੈਂਦੇ ਆ, ਧੱਕੇ ਨਾਲ ਟਾਈਮ ਅੱਗੇ ਚਲਾ ਲੈਂਦੇ ਆ। ਜਿੰਨਾ ਚਿਰ ਉਹਨਾਂ ਦੀ ਬੱਸ ਨਹੀਂ ਭਰਦੀ ਉਹਨਾਂ ਚਿਰ ਚੱਲਦੀ ਨਹੀਂ ਹੈ। ਸੋ ਉਹ ਉਸ ਸੰਕਲਪ ਦੇ ਵਿੱਚ ਮੈਂ ਅੱਜ ਬੱਸ ਸਟੈਂਡ ਦੇ ਵਿੱਚ ਗਿਆ ਸੀ ਔਰ ਮੈਂ ਉੱਥੇ ਜਾ ਕੇ ਉਹਨਾਂ ਨੂੰ ਇਹ ਕਹਿ ਕੇ ਆਇਆ ਕਿ ਕਿਸੇ ਪ੍ਰਕਾਰ ਦਾ ਕੋਈ ਧੱਕਾ ਨਹੀਂ ਹੋਏਗਾ। ਔਰ ਆਪਦੇ ਡਰਾਈਵਰ ਭਰਾਵਾਂ ਨੂੰ, ਜਿਹੜੇ ਵੀ ਮੁਲਾਜ਼ਮਾਂ ਨੂੰ ਇਹ ਕਹਿ ਕੇ ਆਇਆ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਵੇ ਤਾਂ ਤੁਸੀਂ ਮੈਨੂੰ ਕਿਸੇ ਵੇਲੇ ਵੀ ਸੱਦ ਸਕਦੇ ਹੋ। ਤੇ ਰਾਜ ਸਾਹਿਬ, ਜਿਵੇਂ ਕਿ ਲਗਾਤਾਰ ਦੇਖਦੇ ਮੈਂ ਵੜਿੰਗ ਸਾਹਿਬ, ਤੁਸੀਂ ਮਾਫੀਆ ਦੀ ਗੱਲ ਕਰਦੇ ਹੋ ਕਿ ਪੰਜਾਬ ਦੇ ਵਿੱਚ ਮਾਫੀਆ ਪਣਪਣ ਨਹੀਂ ਦਊਗਾ, ਤੇ ਇਹ ਆਰੋਪ ਵੀ ਲੱਗਦੇ ਪਏ ਨੇ ਕਿ ਸਿਰਫ ਅਕਾਲੀਆਂ ਦੇ ਬੱਸਾਂ ਹੀ ਕਿਉਂ ਰੋਕੀਆਂ ਜਾ ਰਹੀਆਂ ਨੇ, ਕਾਂਗਰਸ ਦੀਆਂ ਬੱਸਾਂ ਵੀ ਚੱਲਦੀਆਂ। ਇਹ ਤੁਹਾਡੇ ਤੋਂ ਆਰੋਪ ਵੀ ਲੱਗ ਰਿਹਾ ਹੈ? ਕਿਸੇ ਤਰ੍ਹਾਂ ਦਾ ਕੋਈ ਮੇਰਾ ਖਿਆਲ ਐਸੀ ਗੱਲ ਨਹੀਂ ਹੈ। ਮੈਨੂੰ ਇਹ ਪਹਿਲਾਂ ਇਹਨਾਂ ਨੇ ਕਿਹਾ ਸੀਗਾ, ਲੇਕਿਨ 150 ਦੇ ਲਗਭਗ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਅਲੱਗ-ਅਲੱਗ ਬੱਸਾਂ, ਅਸੀਂ 300 ਬੱਸਿਸ ਇੰਪਾਊਂਡ ਕੀਤੀਆਂ। ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਕਿ ਕੇਵਲ ਸਾਡੀਆਂ ਬੱਸਿਸ ਹੀ ਰੋਕੀਆਂ ਗਈਆਂ। ਅਸੀਂ ਉੱਥੇ ਆਪਦੇ ਪ੍ਰੂਫ ਦਿੱਤੇ ਕਿ ਨੋਟ ਇਹਨਾਂ ਦੀਆਂ ਹੀ ਬੱਸਾਂ, ਜਿਹੜੇ ਕਈ ਲੋਕ ਕਾਂਗਰਸ ਨੂੰ ਬਿਲੋਂਗ ਕਰਦੇ ਹੈ ਜਾਂ ਆਮ ਜਨਤਾ ਵੀ ਹੈ, ਉਹਨਾਂ ਦੀਆਂ ਬੱਸਿਸ ਵੀ ਅਸੀਂ ਰੋਕੀਆਂ। ਕਿਸੇ ਪ੍ਰਕਾਰ ਦਾ ਕੋਈ ਵੈਂਡੇਟਾ ਨਹੀਂ ਹੋ ਰਿਹਾ ਹੈ। ਸੋ ਉਸੇ ਦਾ ਹੀ ਕਾਰਨ ਹੈ ਕਿ ਅੱਜ 60 ਲੱਖ ਦੇ ਕਰੀਬ ਜਿਹੜਾ ਰੈਵਨਿਊ ਹੈ ਪੀਆਰਟੀਸੀ ਤੇ ਪਨ ਬੱਸ ਦਾ ਪਹੁੰਚ ਗਿਆ। ਔਰ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਜੇ 60 ਲੱਖ 20 ਦਿਨਾਂ ਦੇ ਵਿੱਚ ਪਹੁੰਚ ਸਕਦਾ ਹੈ, ਅਤੇ ਮਗਰਲੇ 14.5 ਸਾਲਾਂ ਦੀ ਅਗਰ ਗਿਣਤੀ ਕਰ ਲਈਏ ਤਾਂ ਇਹ 2700 ਕਰੋੜ ਰੁਪਇਆ ਬਣ ਜਾਂਦਾ ਹੈ। ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹਦੇ ਕੌਣ ਗੁਨੇਗਾਰ ਹੈ, ਇਹਦੇ ਪਿੱਛੇ ਕੀ ਹੋਇਆ, ਕੀ ਕਥਨੀ ਸਨ, ਕਿਉਂ ਇਸ ਤਰ੍ਹਾਂ ਪੀਆਰਟੀਸੀ ਤੇ ਪਨ ਬੱਸ ਨਾਲ ਇਹ ਕੀਤਾ ਗਿਆ। ਅੱਜ ਮੇਰੀਆਂ ਬੱਸਾਂ ਦੇ ਹਾਲਾਤ ਵੇਖ ਲਓ ਅਤੇ ਪ੍ਰਾਈਵੇਟ ਓਪਰੇਟਰਸ ਦੇ ਹਾਲਾਤ ਵੇਖ ਲਓ। ਜਿਹੜੀ ਪਨ ਬੱਸ ਤੇ ਪੀਆਰਟੀਸੀ
ਕਿੱਥੇ ਹੁੰਦੀ ਸੀ, ਹਰ ਜਗ੍ਹਾ ਤੇ ਸਾਡੀ ਬੱਸ ਚੱਲਦੀ ਸੀ। ਅੱਜ ਸਾਡੇ ਕੋਲ ਬੱਸਸ ਨਹੀਂ ਹੈ, ਅੱਜ ਸਾਡੇ ਕੋਲ ਡਰਾਈਵਰਸ ਨਹੀਂ ਹੈ, ਅੱਜ ਸਾਡੇ ਕੋਲ ਕੰਡਕਟਰਸ ਨਹੀਂ ਹੈ। ਤੇ ਜਿਹੜੇ ਪ੍ਰਾਈਵੇਟ ਆਪਰੇਟਰ ਸਨ ਉਹ ਰੋਜ਼ਾਨਾ ਜਿਨ੍ਹਾਂ ਕੋਲੇ 2-2 ਬੱਸਾਂ ਸੀ, ਇੱਕ ਬੱਸਾਂ ਸੀ, ਉਹ ਵੱਡੇ ਹੁੰਦੇ ਗਏ ਕਿਉਂਕਿ ਉਹਨਾਂ ਨੇ ਟਾਈਮ ਆਪਦੇ ਸਮੇਂ ਸੂਟ ਕੀਤਾ। ਜਿਹੜੇ ਸਾਡੇ ਕਮਾਈ ਕਰਨ ਵਾਲੇ ਸਾਡੇ ਰੂਟ ਸੀਗੇ ਉਹਨਾਂ ਨੇ ਸਰੈਂਡਰ ਕਰਾ ਦਿੱਤੇ ਗਏ, ਉਹ ਪ੍ਰਾਈਵੇਟ ਆਪਰੇਟਰਸ ਨੂੰ ਦੇ ਦਿੱਤੇ ਗਏ। ਇੱਕ ਰੂਟ ਤੇ ਉਹਨਾਂ ਨੇ ਕਾਫੀ ਬੱਸਾਂ ਇੱਕ ਪਰਮਿਟ ਤੇ ਚਲਾਈਆਂ, ਇੱਕ ਨੰਬਰ ਤੇ ਕਈ ਬੱਸਾਂ ਚਲਾਈਆਂ। ਸੋ ਇਹ तमाम ਚੀਜ਼ਾਂ ਉਹਨਾਂ ਨੇ ਆਪਦੇ ਰਾਜ ਭਾਗ ਦੇ ਸਾਹਮਣੇ ਲੁੱਟਿਆ। ਪਰ ਅਫਸੋਸ ਦੀ ਗੱਲ ਮੈਂ ਪਹਿਲਾਂ ਵੀ ਕਹੀ ਸੀ ਵੀ ਅਸੀਂ ਵੀ 4.5 ਸਾਲ ਕੁਝ ਕਰ ਨਹੀਂ ਸਕੇ। ਇਹ ਮੈਂ ਧੰਨਵਾਦੀ ਹਾਂ ਰਾਹੁਲ ਗਾਂਧੀ ਜੀ ਦਾ ਕਿ ਉਹਨਾਂ ਨੇ ਬੜਾ ਵੱਡਾ ਫੈਸਲਾ ਲਿਆ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ। ਬੇਸ਼ੱਕ ਸਮੇਂ ਘੱਟ ਹੈ ਲੇਕਿਨ ਫੈਸਲੇ ਜਨਤਾ ਦੇ ਹਿੱਤ ਵਿੱਚ ਲਏ ਜਾ ਰਹੇ ਨੇ। ਇਹ ਕੈਪਟਨ ਅਮਰਿੰਦਰ ਸਿੰਘ ਜਾਂ ਪੁਰਾਣੀ ਸਰਕਾਰ ਵੀ ਕਰ ਸਕਦੀ ਸੀ, ਲੇਕਿਨ ਮੈਨੂੰ ਪਛਤਾਪ ਹੈ ਇਸ ਗੱਲ ਦਾ ਕਿ ਅਸੀਂ ਉਹ 4.5 ਸਾਲਾਂ 'ਚ ਨਹੀਂ ਕੀਤਾ ਜੋ ਕਰਨਾ ਚਾਹੀਦਾ ਸੀ। ਜ਼ਿਕਰ ਕੀਤਾ ਕਿ ਪੀਪਾ ਬੱਸਾਂ ਨੇ ਸਾਡੀਆਂ 4.5 ਸਾਲ ਤੋਂ ਤਾਂ ਤੁਹਾਡੀ ਸਰਕਾਰ ਸੀ, 2 ਮੰਤਰੀ ਵੀ ਰਹੇ। ਕੀ ਕਾਰਨ ਰਿਹਾ ਕਿ ਪੀਪਾ ਬੱਸਾਂ ਜਿਹੜੀਆਂ 10 ਸਾਲ ਤੁਸੀਂ ਇਲਜ਼ਾਮ ਲਗਾ ਰਹੇ ਹੋ 4.5 ਸਾਲ ਤੱਕ ਠੀਕ ਨਹੀਂ ਕਰ ਸਕੇ? ਨਹੀਂ, ਪੀਪਾ ਬੱਸਾਂ ਨਹੀਂ ਕਿਹਾ ਕਿ ਮੇਰੇ ਕਹਿਣ ਦਾ ਮਤਲਬ ਪੀਪਾ ਟਾਈਪ ਹਾਲਾਤ ਮਾੜੇ ਨੇ। ਕਈ ਬੱਸਾਂ ਵਿਚਾਰੀਆਂ ਕੰਡਮ ਹੋ ਚੁੱਕੀਆਂ ਹੈ। ਉਹਦੇ ਪਿੱਛੇ ਇੱਕ ਹੀ ਕਾਰਨ ਸੀ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਕੰਪਰੋਮਾਈਜ਼ ਚੀਫ ਮਿਨਿਸਟਰ ਸੀਗਾ। ਦਿੱਲੀ ਦੇ ਅੰਦਰ ਭਾਜਪਾ ਨਾਲ ਕੰਪਰੋਮਾਈਜ਼ ਸੀਗਾ, ਪੰਜਾਬ ਦੇ ਅੰਦਰ ਸੁਖਬੀਰ ਬਾਦਲ ਨਾਲ ਕੰਪਰੋਮਾਈਜ਼ ਸੀਗਾ। ਇਸੇ ਕਰਕੇ ਨਾ ਬੇਅਦਬੀ ਦਾ ਕੋਈ ਹੱਲ ਹੋਇਆ, ਨਾ ਗਰੀਬਾਂ ਦੇ ਬਿੱਲਾਂ ਦਾ ਕੋਈ ਹੱਲ ਹੋਇਆ, ਨਾ ਬੱਸਾਂ ਦਾ ਕੋਈ ਹੱਲ ਹੋਇਆ, ਨਾ ਰੇਤ ਮਾਫੀਆ ਦਾ ਕੋਈ ਹੱਲ ਹੋਇਆ, ਨਾ ਡਰੱਗਸ ਤੇ ਨੱਥ ਪਾਈ ਗਈ। ਉਹ ਰਿਪੋਰਟਾਂ ਬਣੀਆਂ ਦੀਆਂ ਬਣੀਆਂ ਰਹਿ ਗਈਆਂ, ਲਿਫਾਫੇ ਬੰਦ ਦੇ ਬੰਦ ਰਹਿ ਗਏ ਤੇ ਮਾਫੀਆ ਜਿਉਂ ਦਾ ਤਿਉਂ ਵੱਧਦਾ ਤੇ ਫੁੱਲਦਾ ਰਿਹਾ। ਕੰਪਰੋਮਾਈਜ਼ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਦੀ ਵਜ੍ਹਾ ਕਰਕੇ ਸਾਰਾ ਕੁਝ ਹੋਇਆ। ਕੈਪਟਨ ਅਮਰਿੰਦਰ ਸਿੰਘ ਦੀ ਵੀ ਇੱਕ ਅਪਡੇਟ ਆ ਰਹੀ, ਲੇਕਿਨ ਉਸ ਤੋਂ ਪਹਿਲਾਂ ਇਹ ਦੱਸੋ ਕਿ ਮਾਫੀਆ ਪੰਜਾਬ ਦੇ ਵਿੱਚ ਖਤਮ ਹੋਏਗਾ, ਟਰਾਂਸਪੋਰਟ ਮਾਫੀਆ ਤੋਂ? ਕਿਉਂਕਿ ਅਗਰ ਦੇਖਿਆ ਜਾ ਰਿਹਾ ਤੁਸੀਂ ਬੱਸਾਂ ਦੇ ਵਿੱਚ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਪਏ ਹੋ, ਪੰਜਾਬ ਦੇ ਆਵਾਮ ਨੂੰ ਤੁਸੀਂ ਕਹਿ ਰਹੇ ਹੋ ਕਿ ਮੈਂ ਟਰਾਂਸਪੋਰਟ ਮਾਫੀਆ ਰਹਿਣ ਨਹੀਂ ਦਊਂਗਾ ਤੇ ਐਕਸ਼ਨ ਮੋਡ 'ਚ ਵੀ ਨਜ਼ਰ ਆ ਰਹੇ ਹੋ। ਕੀ ਮਾਫੀਆ ਖਤਮ ਹੋ ਜਾਏਗਾ? ਕਿਉਂਕਿ ਸਮਾਂ ਬਹੁਤ ਘੱਟ ਬਚਿਆ। ਮੈਂ ਤਾਂ ਚਾਹੁੰਦਾ ਕਿ ਜੇ ਮਾਫੀਆ ਖਤਮ ਹੁਣ, ਜੇ ਟਰਾਂਸਪੋਰਟ ਦੀ ਗੱਲ ਕਰ ਰਹੇ ਹਾਂ, ਜੇ ਨਹੀਂ ਹੋਏਗਾ ਤਾਂ ਮੈਨੂੰ ਦੁਬਾਰਾ ਮੰਤਰੀ ਬਣਨ ਦਾ ਕੋਈ ਹੱਕ ਨਹੀਂ ਹੋਏਗਾ। ਮਤਲਬ ਕਿ ਕਹਿਣ ਦਾ ਤੁਸੀਂ ਬਹੁਤ ਵੱਡਾ ਬਿਆਨ ਦੇ ਰਹੇ ਹੋ ਕਿ ਇਸੇ ਟੈਨਿਓਰ ਦੇ ਵਿੱਚ ਮਤਲਬ ਕਿ ਤੁਸੀਂ ਮਾਫੀਆ ਜਿਹੜਾ ਉਹ ਖਤਮ ਕਰੋਗੇ। 100% ਅਸੀਂ ਉਹਦੇ ਵੱਧਦੇ ਜਾ ਰਹੇ ਹਾਂ। ਔਰ ਮੇਰਾ ਖਿਆਲ ਕੋਈ ਵਿਰੋਧੀ ਵੀ ਸਾਡੇ ਤੇ ਸਵਾਲ ਨਹੀਂ ਚੁੱਕ ਸਕਦਾ। ਜੋ ਅਸੀਂ ਕਿਹਾ ਸੀ ਟਰਾਂਸਪੋਰਟ ਦੇ ਮੁਤਲਕ, ਜੋ ਲੋਕਾਂ ਦੀਆਂ ਡਿਮਾਂਡ ਸੀ 4.5 ਸਾਲਾਂ ਦੀਆਂ, ਉਹ ਅਸੀਂ ਪੂਰੀਆਂ ਕੁਝ ਅਸੀਂ ਕਰਤੀਆਂ, ਕੁਝ ਕਰਨ ਜਾ ਰਹੇ ਹਾਂ। ਕੁਝ ਕੇਸਿਸ ਸਾਡੇ ਅਦਾਲਤਾਂ ਦੇ ਵਿੱਚ ਹਨ, ਪਰ ਅਸੀਂ ਜੋ ਕਰਨਾ ਸੀਗਾ ਅਸੀਂ ਕਰ ਦਿੱਤਾ। ਪਰ ਕਈ ਲੋਕਾਂ ਦੇ ਹੱਥ ਵੱਡੇ ਲੰਮੇ ਹੈ, ਵੱਡੇ ਲੋਕ ਹੈ, ਵੱਡੇ ਉਹਨਾਂ ਦੇ ਹੱਥ ਹੈ। ਅਸੀਂ ਜੱਜ ਸਾਹਿਬਾਨਾਂ ਤੋਂ ਉੱਪਰ ਤਾਂ ਨਹੀਂ ਆ ਕਿਉਂਕਿ ਉਹਨਾਂ ਨੇ ਸਭ ਕੁਝ ਦੇਖਣਾ ਹੈ, ਲੇਕਿਨ ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਲੋਕ ਜੋ ਚਾਹੁੰਦੇ ਨੇ, ਪੰਜਾਬ ਦੀ ਜਨਤਾ ਜੋ ਚਾਹੁੰਦੀ ਨੇ, ਜੋ ਲੋਕ ਇਹ ਦੇਖਣਾ ਚਾਹੁੰਦੇ ਨੇ ਕਿ ਸਾਡੀਆਂ ਬੱਸਿਸ ਹੋਣ, ਸਾਡਾ ਇਹ ਅਦਾਰਾ ਮੁਨਾਫੇ 'ਚ ਆਵੇ, ਉਹ ਤਦ ਹੀ ਆ ਸਕਦਾ ਹੈ ਜੇ ਕੀਤੇ ਹੋਏ ਫੈਸਲਿਆਂ ਤੇ ਅਦਾਲਤੀ ਮੋਹਰਾਂ ਵੀ ਲੱਗ ਜਾਣੀਆਂ। ਨਹੀਂ ਤਾਂ ਇਹ ਲੋਕ ਫਿਰ ਕਾਨੂੰਨ ਇੱਧਰ ਉੱਧਰ ਕੋਈ ਸਹਾਰਾ ਲੈ ਕੇ ਕੋਈ ਐਸੀ ਵੈਸੀ ਨਾ ਗੱਲ ਕਰਨ। ਮੈਂ ਤਾਂ ਇਹੀ ਬੇਨਤੀ ਕਰਾਂਗਾ। ਬਾਕੀ ਅਸੀਂ ਜੋ ਆਪਦੇ ਵੱਲੋਂ ਜਿਹੜਾ ਕੰਮ ਕਰਨਾ ਸੀਗਾ ਉਹ ਕਰ ਦਿੱਤਾ ਗਿਆ ਹੈ। ਹੁਣ ਕੁਝ ਸਾਡੇ ਜਿਹੜੇ ਕੇਸਿਸ ਨੇ ਉਹ ਅਦਾਲਤਾਂ ਦੇ ਵਿੱਚ ਪੈਂਡਿੰਗ ਨੇ, ਦੇਖਦੇ ਹਾਂ ਉਹਦੇ 'ਤੇ ਕੀ ਫੈਸਲਾ ਕਰਦੀ ਹੈ ਅਦਾਲਤ। ਮਤਲਬ ਕਾਂਗਰਸ ਦੀਆਂ ਵੀ ਭਾਵੇਂ ਬੱਸਾਂ ਹੋਣ, ਜਿਹੜੀ ਵੀ ਪਾਰਟੀ ਦੀਆਂ ਬੱਸਾਂ ਹੋਣ, ਭਾਵੇਂ ਤੁਹਾਡੇ ਕੋਈ ਮੰਤਰੀ ਨੇ ਉਹ ਕਿਹਾ ਜਾ ਰਿਹਾ ਕਿ ਉਹਨਾਂ ਦੀਆਂ ਬੱਸਾਂ ਨੇ, ਸਭ ਦੇ ਉੱਪਰ ਸੇਮ ਰੂਲ ਹੋਏਗਾ? ਕਿਉਂਕਿ ਸਵਾਲ ਸੁਖਬੀਰ ਬਾਦਲ ਵੀ ਬਾਰ-ਬਾਰ ਚੱਕ ਰਹੇ ਨੇ। 100% ਸੇਮ ਰੂਲ ਹੋਏਗਾ। ਸੁਖਬੀਰ ਬਾਦਲ ਨੇ ਕੀ ਸਵਾਲ ਚੱਕਣਾ? ਜਿਹੜੇ ਬੰਦੇ ਨੇ ਕਿਸੇ ਨੂੰ ਇਨਸਾਫ ਨਹੀਂ ਦਿੱਤਾ, ਗੁੰਡਾਗਰਦੀ ਦੀ ਸਰਕਾਰ ਸੀ, ਆਪਦੀਆਂ ਬੱਸਾਂ, ਥੋੜੀ ਮੋਟੀ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਮੈਨੂੰ ਪਰਮਾਤਮਾ ਨੇ ਮੇਰੇ ਪਰਿਵਾਰ ਨੂੰ 5 ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਾਤਾ, ਲੇਕਿਨ ਮੈਂ ਬੱਸਾਂ 'ਚ ਉਲਝ ਕੇ ਰਹਿ ਗਿਆ, ਮੈਂ ਰੇਤੇ 'ਚ ਉਲਝ ਕੇ ਰਹਿ ਗਿਆ, ਮੈਂ ਕੇਬਲ ਮਾਫੀਆ 'ਚ। ਕੌਣ ਚਲਾਉਂਦਾ PTC ਚੈਨਲ? ਅੱਜ ਕੌਣ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਉੱਥੋਂ ਲਾਈਵ ਚਲਾ ਕੇ ਕੌਣ ਉਹਦਾ ਲਾਹਾ ਲੈ ਰਿਹਾ ਹੈ? ਹਮੇਸ਼ਾ ਇਹ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ, ਉਹ ਲੰਗਰ ਮੈਂ ਲਵਾ ਦਿਆਂਗਾ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਲੋਕਾਂ ਦੀ ਹੈ, ਸਾਡਾ ਉੱਥੇ ਸਭ ਲੋਕਾਂ ਦਾ ਮੱਥਾ ਟੇਕਿਆ ਜਾਂਦਾ ਹੈ। ਉਹਦੇ ਪੈਸੇ ਦੇ ਨਾਲ ਤੁਸੀਂ ਕਹਿੰਦੇ ਮੈਂ ਲੰਗਰ ਲਾਤਾ। ਉਲਟਾ ਇਹ ਗੁਰਦੁਆਰਾ ਸਾਹਿਬ ਦੇ ਆਪਦੇ ਚੈਨਲਾਂ ਦੇ ਰਾਹੀਂ ਲਾਈਵ ਦਿਖਾ ਕੇ ਲੋਕਾਂ ਨੂੰ ਆਪਦਾ ਚੈਨਲ ਵੀ ਚਲਾਉਂਦੇ ਹੈ, ਪੈਸੇ ਵੀ ਕਮਾਉਂਦੇ ਹੈ, ਔਰ ਗੁਰਦੁਆਰਾ ਸਾਹਿਬ ਦੀ ਜਿਹੜੀ ਪੈਸਾ ਆਉਣਾ ਚਾਹੀਦਾ ਉਹ ਵੀ ਨਹੀਂ ਦਿੰਦੇ। ਸੋ ਮੈਂ ਸਮਝਦਾ ਕਿ ਇਹੋ ਜਿਹੇ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਜਿਹੜੇ ਕੇਵਲ ਆਪਦੇ ਪਰਿਵਾਰਵਾਦ ਦੀ ਗੱਲ ਕਰਦੇ ਨੇ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ। ਕੈਪਟਨ ਅਮਰਿੰਦਰ ਸਿੰਘ ਵੀ ਜਿਹੜੇ ਨੇ ਉਹਨਾਂ ਨੇ 4.5 ਰੱਜ ਕੇ ਮਾਫੀਆ ਚਲਾਇਆ, ਲੇਕਿਨ ਹੁਣ ਤਾਂ ਉਹ
ਪੰਜਾਬ ਦੀ ਆਵਾਮ ਅੱਗੇ ਇੱਕ ਨਵੀਂ ਪਾਰਟੀ ਉਹਨਾਂ ਨੇ ਅੱਜ ਪੇਸ਼ ਕਰਤੀ ਕਿ ਪੰਜਾਬ ਲੋਕ ਕਾਂਗਰਸ ਇਸਤੀਫਾ ਕਾਂਗਰਸ ਨੂੰ 7 ਪੇਜਾਂ ਦਾ ਸੋਨੀਆ ਗਾਂਧੀ ਨੂੰ ਭੇਜਤਾ ਹੋਇਆ। ਸੋ ਬਈ ਕੈਪਟਨ ਅਮਰਿੰਦਰ ਸਿੰਘ ਦਾ ਮੈਂ ਬੜਾ ਸਤਿਕਾਰ ਵੀ ਕਰਦਾ ਰਿਹਾ ਐਜ਼ ਏ ਉਮਰ 'ਚ, ਕਿਉਂਕਿ ਸਾਡੇ ਬਹੁਤ ਬਜ਼ੁਰਗ ਨੇ, 80 ਸਾਲ ਉਹਨਾਂ ਦੀ ਉਮਰ ਹੈ, ਸਾਡੀ ਉਮਰ ਬਹੁਤ ਘੱਟ ਹੈ। ਔਰ ਮੈਂ ਜੇ ਕੋਈ ਗੱਲ ਕਵਾਂਗਾ ਸ਼ਾਇਦ ਵੱਡੀ ਉਮਰ ਦੇ ਲੋਕਾਂ ਨੂੰ ਬੁਰੀ ਲੱਗੇ, ਉਹ ਕਹਿਣ ਕਿ ਰਾਜਾ ਵੜਿੰਗ ਆਪਣੇ ਤੋਂ ਆਪੇ ਚੋਂ ਬਾਹਰ ਹੋ ਗਿਆ। ਪਰ ਜਿਸ ਤਰ੍ਹਾਂ ਦਾ ਉਹਨਾਂ ਦੇ ਹਾਲਾਤ ਉਹ ਕਰ ਰਹੇ ਨੇ ਕਿ 9.5 ਸਾਲ ਕਾਂਗਰਸ ਪਾਰਟੀ, ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਹੋਰਾਂ ਨੇ ਉਹਨਾਂ ਨੂੰ ਰਾਜ ਭਾਗ ਬਖਸ਼ਿਆ, ਕਾਂਗਰਸ ਪਾਰਟੀ ਨੇ ਉਹਨਾਂ ਦਾ ਨਾਮ ਉੱਚਾ ਕੀਤਾ। ਸੋ ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਹੇ ਨੇ, ਕਦੇ ਅਮਿਤ ਸ਼ਾਹ, ਕਦੇ ਸੁਖਬੀਰ, ਕਦੇ 7 ਪੇਜ ਦਾ ਅਸਤੀਫਾ, ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ। ਫਿਰ ਕਦੇ ਕਦੇ ਭਾਵੁਕ ਹੋਏ ਕਹਿ ਰਹੇ ਕਿ ਮੈਂ ਸਿੱਧੂ ਦੇ ਖਿਲਾਫ ਲੜੂੰਗਾ, ਮੈਂ ਫਲਾਂ ਦੇ ਖਿਲਾਫ ਲੜੂੰਗਾ। ਲੈ, ਮੈਂ ਉੱਚੇ ਬੋਲਣਾ ਬੋਲੀਏ, ਕਰਤਾਰੋਂ ਡਰੀਏ, ਬਾਬਾ ਜੀ ਦੀ ਫੋਟੋ ਸਾਹਮਣੇ ਹੈ। ਮੈਂ ਬੇਨਤੀ ਕਰਦਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਸਾਡੇ ਸਤਿਕਾਰਯੋਗ, ਔਰ ਬਹੁਤ ਨਿਮਰਤਾ ਦੇ ਨਾਲ ਬੇਨਤੀ ਕਰਦਾ ਕਿ ਚਲੋ ਮੈਂ ਜ਼ਿੰਦਗੀ 'ਚ ਰਾਜਨੀਤੀ ਛੱਡ ਦਿਆਂਗਾ। ਤੁਹਾਡਾ ਤਾਂ 80 ਸਾਲਾਂ ਦੀ ਉਮਰ 'ਚ ਵੀ ਹਜੇ ਢਿੱਡ ਨਹੀਂ ਭਰਿਆ ਰਾਜਨੀਤੀ ਛੱਡਣ ਦਾ, ਜਦ ਕਿ ਤੁਸੀਂ ਸਭ ਕੁਝ ਰਹਿ ਚੁੱਕੇ ਹੋ। ਅਸੀਂ ਤਾਂ ਇੱਕ ਨਿਮਾਣੇ, ਹੁਣ MLA ਸੀ, ਹੁਣ ਸਾਨੂੰ ਮੰਤਰੀ ਬਣਾਇਆ। ਚਲੋ ਗਿੱਦੜਬਾਹ ਚੁਣਾਵ ਲੜੀਏ। ਤੁਸੀਂ ਰੋਜ਼ ਕਹਿੰਦੇ ਹੋ ਸਿੱਧੂ ਦੇ ਖਿਲਾਫ ਲੜਾਂਗਾ, ਫਲਾਣ ਲੜਾਂਗਾ। ਮੈਂ ਚਾਹੁੰਦਾ ਕਿ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ, ਜਿਹੜੇ ਆਪਦੇ ਆਪ ਨੂੰ ਇਹ ਭੁਲੇਖਾ ਸਮਝੀ ਬੈਠੇ ਆ ਕਿ ਮੈਂ ਲੋਕਾਂ ਦਾ ਲੀਡਰ ਹਾਂ, ਲੋਕਪ੍ਰਿਯ ਨੇਤਾ ਹਾਂ, ਨਵੀਂ ਪਾਰਟੀ ਘੋਸ਼ਿਤ ਕਰਦੀ ਹੈ, ਠੀਕ ਹੈ। ਅਗਰ ਇਹ ਗੱਲ ਹੈ ਤਾਂ ਫਿਰ ਤੁਸੀਂ ਲੜੋ। ਸਿੱਧੂ ਸਾਹਿਬ ਤਾਂ ਜਾਂ ਹੋਰ ਵਿਅਕਤੀ, ਚੰਨੀ ਸਾਹਿਬ ਜਾਂ ਕੋਈ ਹੋਰ ਗੱਲ ਤਾਂ ਵੱਡੀ ਗੱਲ ਹੈ ਪਟਿਆਲੇ ਦੀ, ਲੜਦੇ ਆ ਗਿੱਦੜਬਾਹ, ਨਾਲੇ ਤੁਹਾਨੂੰ ਪਤਾ ਲੱਗ ਜਾਏਗਾ। ਕਿਉਂਕਿ ਉਹ ਸਮਾਂ ਚੇਤੇ ਰੱਖਣਾ ਚਾਹੀਦਾ ਹੈ। ਅਮਰਿੰਦਰ ਸਿੰਘ ਜੀ ਨੂੰ ਜਦੋਂ ਆਪਦੀ ਪਾਰਟੀ ਬਣਾ ਕੇ ਚੁਣਾਵ ਲੜਿਆ ਸੀ ਤੇ ਡੱਬੇ 'ਚੋਂ ਵੋਟਾਂ ਕਿੰਨੀਆਂ ਨਿਕਲੀਆਂ ਸਨ ਉਹ ਮੈਂ ਦੱਸਣਾ ਨਹੀਂ ਚਾਹੁੰਦਾ, ਜ਼ਮਾਨਤਾਂ ਜ਼ਬਤ ਹੋ ਗਈਆਂ ਸਨ। ਸੋ ਚੇਤੇ ਰੱਖਣਾ ਚਾਹੀਦਾ। ਵੜਿੰਗ ਸਾਹਿਬ, ਕੀ ਤੁਹਾਨੂੰ ਮਨਸ਼ਾ ਕੀ ਲੱਗਦੀ ਕੈਪਟਨ ਅਮਰਿੰਦਰ ਸਿੰਘ ਦੀ, ਕਿ ਪੰਜਾਬ ਦੇ ਵਿੱਚ ਪਾਰਟੀ ਬਣਾ ਕੇ ਗਠਬੰਧਨ ਕਰਕੇ ਜਿੱਤਣ ਦੀ, ਜਾਂ ਸਿਰਫ ਕਾਂਗਰਸ ਨੂੰ ਡੈਂਟ ਪਾਉਣ ਦੀ? ਜਿੱਤਣ ਦੀ ਤਾਂ ਉਹਨਾਂ ਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ ਕੌਣ ਜਿੱਤ ਸਕਦਾ, ਕੌਣ ਨਹੀਂ ਜਿੱਤ ਸਕਦਾ। ਕੇਵਲ ਤੇ ਕੇਵਲ ਕਿੱਦਾਂ ਸੌਦੇਬਾਜ਼ੀ ਜਿਹੜੀ ਹੈਗੀ ਆ ਕਿ ਮੈਨੂੰ ਈਡੀ ਨਾ ਬੁਲਾਵੇ, ਮੈਨੂੰ ਦਿੱਲੀ 'ਚ ਨਾ ਸੱਦਿਆ ਜਾਵੇ, ਮੈਂ ਆਪਦੀ ਰਹਿੰਦੀ ਜ਼ਿੰਦਗੀ ਆਰਾਮ ਨਾਲ ਗੁਜ਼ਾਰਾਂ, ਤੇ ਮੈਂ ਭਾਜਪਾ ਨੂੰ ਇਹ ਕਹਾਂ ਕਿ ਜੋ ਤੁਸੀਂ ਮੇਰੇ ਤੋਂ ਕਰਾਉਣਾ ਚਾਹੁੰਦੇ ਹੋ, ਉਹਨਾਂ ਨੂੰ ਪਤਾ ਹੈ ਕਿ ਮੈਂ ਨਹੀਂ ਜਿੱਤਣਾ, ਉਹਨਾਂ ਨੂੰ ਪਤਾ ਹੈ ਮੇਰੇ ਕਿਸੇ ਵਿਅਕਤੀ ਨੇ ਨਹੀਂ ਜਿੱਤਣਾ, ਉਹਨਾਂ ਨੂੰ ਪਤਾ ਹੈ ਮੇਰੇ ਨਾਲ ਸ਼ਾਇਦ ਕੋਈ ਵੀ ਨਾ ਆਵੇ, ਲੇਕਿਨ ਇਸ ਦੇ ਬਾਵਜੂਦ ਉਹਨਾਂ ਦੀ ਇਹ ਮਨਸ਼ਾ ਹੈਗੀ ਹੈ ਕਿ ਮੈਂ ਬਚਿਆ ਰਵਾਂ ਰਹਿੰਦੀ ਜ਼ਿੰਦਗੀ। ਜਾਂ ਉਹਦੇ ਇਰਦ ਗਿਰਦ ਜਿਹੜੇ ਲੋਕ ਨੇ ਜਿਨ੍ਹਾਂ ਨੇ ਮਾਲ ਪੱਤਾ ਖਾਧਾ ਹੈ, ਕਿ ਅਸੀਂ ਕਮ ਸੇ ਕਮ ਇਨਕੁਆਇਰੀਆਂ ਤੋਂ, ਅਸੀਂ ਕਮ ਸੇ ਕਮ ਭਾਜਪਾ ਤੋਂ ਇੱਧਰ ਉੱਧਰ ਬਚੇ ਰਹੀਏ। ਉਹਨਾਂ ਨਾਲ ਤਾਲਮੇਲ ਹੈ, ਪਹਿਲਾਂ ਵੀ ਸੀਗਾ, ਪਹਿਲਾਂ ਵੀ ਦਿੱਲੀ ਚਲਾਉਂਦੀ ਰਹੀ ਉਹਨਾਂ ਨੂੰ ਇਹੀ ਮਨਸ਼ਾ। ਨਾ ਉਹਨਾਂ ਦੀ ਜਿੱਤਣ ਦੀ ਮਨਸ਼ਾ, ਨਾ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਉਹ ਕੋਈ ਨੁਕਸਾਨ ਪਹੁੰਚਾ ਸਕਦੇ। ਬਟ ਉਸੇ ਸੌਦੇ ਦੇ ਤਹਿਤ, ਜਿਹੜਾ ਪੁਰਾਣਾ ਸੌਦਾ ਹੋਇਆ, ਜਿਹਨੂੰ ਮਿਸਟਰ ਡੋਵਾਲ ਨੇ ਸੌਦਾ ਕਰਾਇਆ ਹੈ, ਉਸੇ ਤਹਿਤ ਉਹ ਕੰਮ ਕਰ ਰਹੇ ਨੇ। ਉਹਨਾਂ ਨੇ ਉਸੇ ਤਹਿਤ ਹੀ ਉਹਨਾਂ ਨੇ ਇੱਥੇ ਸੁਖਬੀਰ ਬਾਦਲ ਨਾਲ ਸਮਝੌਤਾ ਕੀਤਾ ਹੋਇਆ ਸੀ। ਸੋ ਇਸੇ ਕਰਕੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਕੰਪਰੋਮਾਈਜ਼ ਚੀਫ ਮਿਨਿਸਟਰ ਦਾ ਨਾਮ ਦਿੱਤਾ। ਸੋ ਉਹਨਾਂ ਦੀ ਕੋਈ ਮਨਸ਼ਾ ਨਹੀਂ ਕਿ ਮੈਂ ਉਹ ਜਿੱਤਣ ਜਾਂ ਨਾ ਜਿੱਤਣ, ਉਹਨਾਂ ਦੀ ਮਨਸ਼ਾ ਹੈ ਵੀ ਕਾਂਗਰਸ ਨੂੰ ਕਿਵੇਂ ਨਾ ਕਿਵੇਂ ਨੁਕਸਾਨ ਪਹੁੰਚਾਇਆ ਜਾਵੇ। ਬਿਲਕੁਲ, ਮੈਂ ਇਹੀ ਗੱਲ ਕਹੀ, ਕਾਂਗਰਸ ਨੂੰ ਸਿਰਫ ਡੈਂਟ ਕਰਨਾ ਚਾਹੁੰਦੇ ਨੇ। ਜੀ ਜੀ ਜੀ। ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਨੂੰ ਕੋਈ ਫਰਕ ਪਏਗਾ, ਜਾਂ ਉਹਨਾਂ ਦੇ ਨਾਲ ਕੋਈ MLA ਜਾਣ ਨੂੰ ਤਿਆਰ ਹੈ? ਕਿਉਂਕਿ ਉਹ ਗੱਲਾਂ ਕੈਪਟਨ ਅਮਰਿੰਦਰ ਸਿੰਘ ਵੀ ਵੱਡੀਆਂ ਕਰ ਰਹੇ ਨੇ ਇਸ ਵਕਤ। ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਕਿ ਅਮਰਿੰਦਰ ਸਿੰਘ ਜੀ, ਕਿਰਪਾ ਕਰਕੇ ਥੋੜ੍ਹਾ ਜਿਹਾ ਆਪਦੇ ਉੱਥੋਂ ਮਹਿਲ ਤੋਂ ਬਾਹਰ ਆਓ, ਜਨਤਾ ਦੇ ਕੋਲੇ ਜਾਓ, ਜ਼ਰਾ ਪੁੱਛੋ। ਜੇ ਗਿੱਦੜਬਾਹ ਮੇਰੇ ਵਰਗੇ ਨਿਮਾਣੇ ਤਾਂ ਨਤਾਣੇ ਨਾਲ ਵੀ ਲੜੋਗੇ ਨਾ, ਜਿਹੜਾ ਬਹੁਤ ਛੋਟਾ ਹੈ ਤੁਹਾਡੇ ਤੋਂ, ਤੇ ਉਹ ਵੀ ਤੁਹਾਨੂੰ ਪਾਣੀ ਨਹੀਂ ਮੰਗਣ ਦੇਗਾ। ਤੁਹਾਡੀ ਤਾਂ ਵੈਸੇ ਹੀ ਗਿੱਦੜਬਾਹ, ਅਗਰ ਬਠਿੰਡੇ ਦੀ ਗੱਲ ਕਰੀਏ, ਲੜਾਈ ਤਾਂ ਵੈਸੇ ਹੀ ਤੁਹਾਡੀ ਬੜੀ ਤਗੜੀ ਰਹੀ ਹੈ, ਭਾਵੇਂ ਵਿਧਾਇਕੀ ਤੌਰ ਤੇ ਰਹੀ ਹੋਏ, ਭਾਵੇਂ ਲੋਕ ਸਭਾ MP ਦਾ ਇਲੈਕਸ਼ਨ ਤੁਸੀਂ ਸਾਂਸਦ ਦਾ ਲੜਿਆ ਉਹ ਰਹੀ ਹੋਏ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤੁਸੀਂ ਆਮੰਤਰਨ ਕਰਦੇ ਪਏ ਹੋ ਕਿ ਗਿੱਦੜਬਾਹ 'ਚ ਆ ਕੇ ਚੁਣਾਵ ਲੜੋ ਮੇਰੇ ਨਾਲ। ਪਿੰਡ ਸਵਾਦ ਵੱਡੇ ਨਾਲ ਲੜ ਕੇ ਆਉਂਦਾ ਹੈ, ਘੱਟ ਲੜ ਲਓ। ਸਿਆਣੇ ਕਹਿੰਦੇ 2 ਕਦਮ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ। ਜਦੋਂ ਪੇਚੇ ਨਾਲ, ਛੋਟੇ ਨੂੰ ਤਾਂ ਜਦੋਂ ਮਰਜ਼ੀ ਕੋਈ ਦਬਾ ਲਓ। ਮੈਂ ਤਾਂ ਅੱਗੇ, ਮੈਨੂੰ ਕੋਈ ਕਹਿੰਦਾ ਸੀ ਬਾਦਲ ਸਾਹਿਬ ਲੜਨਗੇ, ਮੈਂ ਕਿਹਾ ਹੋਰ ਚੰਗੀ ਗੱਲ ਹੈ। ਪਹਿਲਾਂ ਇੱਕ ਬਾਦਲ ਸਾਹਿਬ ਨਾਲ ਲੜਨ ਦਾ ਮੌਕਾ ਮਿਲਿਆ, ਫਿਰ ਹਰਸਿਮਰਤ ਕੌਰ ਬਾਦਲ ਨਾਲ ਲੜਨ ਦਾ ਮੌਕਾ ਮਿਲਿਆ, ਹੁਣ ਤੀਜੇ ਵੱਡੇ ਬਾਦਲ ਨਾਲ ਵੀ ਲੜਨ ਦਾ ਮੌਕਾ ਮਿਲ ਸਕਦਾ। ਤੇ ਜੇ ਕੈਪਟਨ ਅਮਰਿੰਦਰ ਸਿੰਘ ਲੜਨ ਨਾਲ ਤਾਂ ਸੇਫ, ਵੈਸੇ ਹੀ ਇੰਨੇ ਲੋਕਪ੍ਰਿਯ ਹੈਗੇ ਆ ਕੈਪਟਨ ਅਮਰਿੰਦਰ ਸਿੰਘ, ਹੋ ਸਕਦਾ ਹੈ ਉਹ ਉੱਥੇ ਬਹੁਤ ਵੱਡੇ ਮਾਰਜਨ ਨਾਲ ਜਿੱਤੀ ਜਾਣ, ਕਿਉਂਕਿ ਲੰਬੀ ਚੋਂ ਪਹਿਲਾਂ ਲੜੇ ਹੈ। ਤੇ ਜੇ ਉਹ ਉੱਥੋਂ ਲੜਦੇ ਨੇ ਤੇ ਹੋ ਸਕਦਾ ਕਿ ਬਹੁਤ ਵੱਡੀ ਜਿੱਤ ਪ੍ਰਾਪਤ ਹੋਵੇ। ਮੈਂ ਵੀ ਨਾਲੇ ਆਪਦਾ ਦੇਖ ਲਾਂਗਾ ਕਿ ਕਿੰਨਾ ਕੁ ਅਸੀਂ ਤਾਂ ਨਾਲੇ ਕਾਂਗਰਸ ਦੇ ਛੋਟੇ ਮੋਟੇ ਸਿਪਾਹੀ ਹੈਗੇ ਆ,
ਪਰ ਮੈਂ ਇਹ ਚਾਹੁੰਦਾ ਹੈ ਕਿ ਹੁਣ ਰਹਿੰਦੀ ਜ਼ਿੰਦਗੀ ਉਹਨਾਂ ਨੂੰ ਆਰਾਮ ਕਰਨਾ ਚਾਹੀਦਾ ਹੈ। ਪਲੀਜ਼ ਆਪਦੇ ਸਲਾਹਕਾਰਾਂ ਨੂੰ ਛੱਡ ਕੇ, ਜਿਨ੍ਹਾਂ ਸਲਾਹਕਾਰਾਂ ਨੇ ਪਹਿਲਾਂ ਮਰਵਾ ਕੇ ਰੱਖਤਾ, ਨਹੀਂ ਇਹ ਨੌਬਤ ਨਹੀਂ ਆਉਣੀ ਸੀ, ਉਹਨਾਂ ਦੀਆਂ ਸਲਾਹਾਂ ਨੂੰ ਤੇ ਉਹਨਾਂ ਦੇ ਸਰਵੇ ਰਿਪੋਰਟਸ ਨੂੰ ਛੱਡ ਕੇ ਇਹ ਕੰਮ ਨਾ ਕਰੋ, ਤਾਂ ਜੋ ਤੁਹਾਨੂੰ ਮੂੰਹ ਦੀ ਖਾਣੀ ਪਵੇ ਔਰ ਲੋਕ ਇਹ ਕਹਿਣ ਕਿ ਇਹ ਬੰਦਾ ਮਤਲਬ ਕਿ ਉਹ ਗੱਲਾਂ ਸੁਣਨੀਆਂ ਪੈਣ ਜਿਹੜੀਆਂ ਕਿਸੇ ਨੇ ਸੁਣੀਆਂ ਨਹੀਂ। ਚੰਨੀ ਸਰਕਾਰ ਦੇ ਵਿੱਚ ਸਭ ਕੁਝ ਠੀਕ ਹੈ, ਆਲ ਇਜ਼ ਵੈਲ ਹੈ। ਲੱਗਦਾ ਤਾਂ ਹੈ ਯਾਰ ਆਲ ਇਜ਼ ਵੈਲ ਹੈ, ਬਾਕੀ ਤਾਂ ਤੁਹਾਨੂੰ ਨਵਜੋਤ ਸਿੰਘ ਸਿੱਧੂ, ਜਦੋਂ ਆਲ ਇਜ਼ ਵੈਲ ਦੀ ਗੱਲ ਆ ਜਾਂਦੀ ਫਿਰ ਨਵਜੋਤ ਸਿੰਘ ਸਿੱਧੂ ਦਾ ਨਾਮ ਜ਼ਰੂਰ ਆ ਜਾਂਦਾ। ਤੁਹਾਨੂੰ ਲੱਗਦਾ ਕਿ ਕਿਰਦਾਰ ਸਹੀ ਨਿਭਾ ਜਾਣਗੇ ਐਂਡ ਤੱਕ? ਕਿਉਂਕਿ ਪਹਿਲੇ ਵੀ ਆਰੋਪ ਲੱਗੇ ਸੀਗੇ ਕਿ ਜਿੱਤ ਦੇ ਲੋਕ ਸਭਾ ਚੋਣਾਂ ਸੀਗੀਆਂ ਤੇ ਸਟੇਜਾਂ ਤੇ ਆਪਣੀ ਪਾਰਟੀ ਦੇ ਖਿਲਾਫ ਹੀ ਬੋਲੇ ਸੀ, ਤੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਵੀ ਕੀ ਕਹਿਣਾ ਚਾਹੋਗੇ? ਕਿਉਂਕਿ ਆਖਰੀ ਸਮਾਂ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਬਿਆਨ ਆ ਰਹੇ ਨੇ, ਹੁਣ ਸੁਨੀਲ ਜਾਖੜ ਦੇ ਵੀ ਬਿਆਨ ਆਣੇ ਸ਼ੁਰੂ ਹੋ ਗਏ ਨੇ। ਵੈਸੇ ਤਾਂ ਇਹ ਸਾਨੂੰ ਸਿਖਾਇਆ ਜਾਂਦਾ, ਪਾਰਟੀ ਦੀ ਵਿਚਾਰਧਾਰਾ ਇਹ ਹੈ ਕਿ ਅਗਰ ਕੋਈ ਆਪਣੀ ਪਾਰਟੀ ਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਤੁਹਾਡੀ ਆਵਾਜ਼ ਦੱਬੀ ਜਾ ਰਹੀ ਹੈ, ਸਾਨੂੰ ਇਹ ਰਾਹੁਲ ਗਾਂਧੀ ਜੀ ਨੇ ਸਿਖਾਇਆ ਕਿ ਤੁਹਾਡੀ ਆਵਾਜ਼ ਦੱਬੀ ਨਹੀਂ ਜਾਣੀ ਚਾਹੀਦੀ, ਤੁਸੀਂ ਜਨਤਾ ਦੀ ਆਵਾਜ਼ ਬਣ ਕੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਹੈ। ਬੇਸ਼ੱਕ ਤੁਸੀਂ ਉਸੇ ਸਰਕਾਰ ਦੇ ਨੁਮਾਇੰਦੇ ਹੋ, ਅਸੀਂ ਹਮੇਸ਼ਾ ਇਹ ਕਰਦੇ ਵੀ ਆਏ ਹਾਂ। ਸੋ ਜਿੱਥੇ ਕਿਸੇ ਦੀ ਸਹੀ ਗੱਲ ਹੈ, ਮੈਨੂੰ ਨਹੀਂ ਲੱਗਦਾ ਕਿ ਓਪਨ ਕ੍ਰਿਟਿਸਿਜ਼ਮ ਹੋ ਜੇ ਤਾਂ ਕੋਈ ਮਾੜੀ ਗੱਲ ਨਹੀਂ ਹੈ। ਪਰ ਨਵਜੋਤ ਸਿੰਘ ਸਿੱਧੂ ਨੇ ਨਾਲੇ ਇਹ ਵੀ ਕਿਹਾ ਹਮੇਸ਼ਾ ਕਿ ਮੇਰਾ ਖੂਨ ਦਾ ਇੱਕ ਇੱਕ ਕਤਰਾ ਮੈਂ ਗਾਂਧੀ ਪਰਿਵਾਰ ਦੇ ਨਾਮ ਹੈ ਔਰ ਮੈਂ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਖੜਾ ਰਹਾਂਗਾ। ਵਿਚਾਰਾਂ ਦੇ ਮਤਭੇਦ ਹੁਣ ਕਈ ਗੱਲ ਹੁੰਦੀ ਹੈ, ਚੰਨੀ ਸਾਹਿਬ ਨੂੰ ਮੇਰੀ ਗੱਲ ਨਹੀਂ ਚੰਗੀ ਲੱਗੇਗੀ, ਮੈਨੂੰ ਉਹਨਾਂ ਦੀ ਨਹੀਂ ਲੱਗੇਗੀ। ਕਈ ਫੈਸਲੇ ਜ਼ਰੂਰੀ ਤਾਂ ਨਹੀਂ ਕਿ ਸਾਰੇ ਫੈਸਲੇ ਤੁਹਾਡੇ ਮੁਤਾਬਕ ਹੋਣ, ਸਾਰੇ ਫੈਸਲੇ ਸਾਰੇ ਕੈਬਨਿਟ ਦੇ ਕੁਲੀਗ ਦੇ ਮੁਤਾਬਕ ਹੋਣ, ਸਾਰੇ ਫੈਸਲੇ ਉੱਥੋਂ ਦੇ ਐਮਐਲਏ ਦੇ ਮੁਤਾਬਕ ਹੋਣ। ਸੋ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਹ ਜਿਹੜਾ ਓਪਨ ਕ੍ਰਿਟਿਸਿਜ਼ਮ ਹੈ ਤੁਸੀਂ ਉਹ ਕਰ ਸਕਦੇ ਹੋ, ਨੋ ਪ੍ਰੋਬਲਮ। ਹਾਲਾਂਕਿ ਹੋਰ ਪਾਰਟੀਆਂ 'ਚ ਇਹ ਨਹੀਂ ਹੈ। ਅਗਰ ਕੇਜਰੀਵਾਲ ਦੇ ਖਿਲਾਫ ਖਹਿਰਾ ਨੇ ਆਵਾਜ਼ ਚੁੱਕੀ ਕਿ ਤੁਸੀਂ ਮਾਫੀ ਮਜੀਠੀਆ ਤੋਂ ਕਿਉਂ ਮੰਗੀ, ਤਾਂ ਉਹਨੂੰ ਤੁਰੰਤ ਹਟਾ ਦਿੱਤਾ ਗਿਆ। ਔਰ ਅਗਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜੋਰਾ ਸਿੰਘ ਮਾਨ ਹੋਰਾਂ ਨੇ ਜਾਂ ਕਿਸੇ ਵੀ ਵਿਅਕਤੀ ਨੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਬੁਲਾਰੀਆ ਸੀ, ਚਾਹੇ ਉਹ ਸਰਵਨ ਸਿੰਘ ਫਲੌਰ ਸਨ, ਉਹਨਾਂ ਨੂੰ ਤੁਰੰਤ, ਚਾਹੇ ਉਹ ਢੀਂਡਸਾ ਸਨ, ਚਾਹੇ ਉਹ ਬ੍ਰਹਮਪੁਰਾ ਸਨ, ਉਹਨਾਂ ਨੂੰ ਪਾਸੇ ਲਾਂਭੇ ਕਰ ਦਿੱਤਾ ਗਿਆ। ਪਰ ਸਾਡੀ ਪਾਰਟੀ 'ਚ ਇਹ ਸੁਣਿਆ ਜਾਂਦਾ ਹੈ ਕਿ ਅਗਰ ਕੋਈ ਆਵਾਜ਼ ਬੁਲੰਦ ਕਰਦਾ ਹੈ ਤਾਂ ਅਗਰ ਉਹਦੀ ਗੱਲ ਸਹੀ ਹੈ, ਬੀਟ ਉਹ ਐਮਐਲਏ ਹੈ, ਮੁੱਖ ਮੰਤਰੀ ਸਾਹਿਬ ਦੇ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਹੈ, ਚਾਹੇ ਕੋਈ ਜ਼ਿਲ੍ਹਾ ਦਾ ਪ੍ਰਧਾਨ, ਉਹ ਕਰ ਸਕਦਾ, ਲੇਕਿਨ ਉਹਦਾ ਮੁੱਦਾ ਤੇ ਉਹਦੀ ਗੱਲ ਜਾਇਜ਼ ਹੋਣੀ ਚਾਹੀਦੀ। ਆਖਰੀ ਟਿੱਪਣੀ ਕਿ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਤੇ ਜਿਵੇਂ ਪਹਿਲੇ ਵੀ ਵਿਰੋਧ ਕੈਪਟਨ ਅਮਰਿੰਦਰ ਸਿੰਘ ਦਾ ਕਰ ਰਹੇ ਸੀ, ਤੁਸੀਂ ਕਿਸੇ ਉਹ ਮਾਫੀਆ ਚਲਾ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਤੇ ਉਹ ਸਹੀ ਆਵਾਜ਼ ਸੀ, ਤੇ ਹੁਣ ਅਗਰ ਚੰਨੀ ਸਰਕਾਰ ਦੇ ਖਿਲਾਫ ਵੀ ਆਵਾਜ਼ ਉਠਾ ਰਹੇ ਨੇ, ਤਾਂ ਤੁਹਾਨੂੰ ਲੱਗਦਾ ਕਿ ਪਹਿਲੇ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਪੁੱਲ ਨਹੀਂ ਬਣ ਸਕਿਆ ਸੀਗਾ, ਤੇ ਹੁਣ ਅਗਰ ਕੋਈ ਵਿਰੋਧ ਹੁੰਦਾ ਹੈ ਨਵਜੋਤ ਸਿੰਘ ਸਿੱਧੂ ਵੱਲੋਂ, ਉਹ ਹੱਲ ਹੋ ਜਾਊਗਾ? ਇਸ ਪੋਜੀਸ਼ਨ 'ਚ ਹੈਗਾ ਕਾਂਗਰਸ? ਸਾਰੀਆਂ ਗੱਲਾਂ ਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਸਾਰੀਆਂ ਗੱਲਾਂ ਕਰਨ ਤੋਂ ਹੋ ਸਕਦਾ ਉਹ ਜਾਇਜ਼ ਹੋਣ, ਇਹ ਪਾਰਟੀ ਨੇ ਵੇਖਣਾ। ਪਰ ਹਰ ਬੰਦੇ ਨੂੰ ਆਪਦੀ ਗੱਲ ਰੱਖਣ ਦਾ ਹੱਕ ਹੈਗਾ। ਨਵਜੋਤ ਸਿੰਘ ਸਿੱਧੂ ਜੀ ਨੂੰ ਵੀ ਹੱਕ ਹੈ, ਚੰਨੀ ਸਾਹਿਬ ਨੂੰ ਵੀ ਹੱਕ ਹੈ, ਮੈਨੂੰ ਵੀ ਹੱਕ ਹੈ। ਪਰ ਉਹ ਸਹੀ ਹੈ ਕਿ ਨਹੀਂ ਹੈ, ਉਹ ਜਨਤਾ ਨੇ ਦੱਸਣੀ ਹੈ ਜਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ। ਸੋ ਜਿੱਥੋਂ ਤੁਸੀਂ ਕਹਿੰਦੇ ਹੋ ਕਿ ਰੋਜ਼ ਇਕੱਠੇ ਜਾਂਦੇ ਆ, ਕੋਈ ਐਸੀ ਗੱਲ ਨਹੀਂ ਹੈ, ਕਿਸੇ ਪ੍ਰਕਾਰ ਦਾ ਕੋਈ ਮਤਭੇਦ ਨਹੀਂ ਹੈ। ਜਿਹੜੀਆਂ ਗੱਲਾਂ ਤੇ ਕੋਈ ਵਿਚਾਰ ਸੀਗਾ ਕਿ ਫਲਾਂ ਨੂੰ ਲੈ ਕੇ, ਮੁੱਦੇ ਨੂੰ ਲੈ ਕੇ, ਉਹ ਮੇਰੇ ਖਿਆਲ ਪਾਰਟੀ ਚੱਲ ਰਹੀਆਂ, ਉਹਨਾਂ ਨੂੰ ਕਈਆਂ ਨੂੰ ਰਿਜ਼ੋਲਵ ਕਰ ਦਿੱਤਾ ਗਿਆ, ਕਈਆਂ ਨੂੰ ਕਰ ਦਿੱਤਾ ਜਾਏਗਾ। ਚੰਨੀ ਵਰਸਸ ਸਿੱਧੂ ਨਹੀਂ ਹੈ, ਮਤਲਬ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਚੰਨੀ ਵਰਸਸ ਸਿੱਧੂ, ਚੰਨੀ ਪਲੱਸ ਸਿੱਧੂ ਹੈ। ਤੁਹਾਨੂੰ ਲੱਗਦਾ ਵਰਸਸ? ਤਾਂ ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ ਹੈ। ਹੁਣ ਮੈਂ ਕਿਸੇ ਗੱਲ ਨੂੰ ਕਹਿ ਦੇਣਾ ਕਿ ਚੰਨੀ ਸਾਹਿਬ ਆਹ ਗੱਲ ਮੈਨੂੰ ਜਚੀ ਨਹੀਂ ਹੈ ਜੀ, ਮਤਲਬ ਇੱਥੇ ਤੱਕ ਹੀ ਸੀਮਤ ਹੈ, ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ। ਇਹ ਕਈ ਵਾਰੀ ਮੀਡੀਆ ਦੇ ਜਿਹੜੇ ਸਾਡੇ ਭਰਾ ਹੈ ਉਹਨੂੰ ਬਣਾ ਦਿੰਦੇ ਆ ਲੜਾਈ ਕਿ ਨਹੀਂ ਇਹ ਵਰਸਿਸ ਹੈ, ਐਸਾ ਹੋ ਰਹਾ ਹੈ, ਤਾਂ ਉਹ ਉਸ ਤਰ੍ਹਾਂ ਦੀ ਇੱਕ ਪਰਸੈਪਸ਼ਨ ਬਣ ਜਾਂਦੀ ਹੈ। ਲੇਕਿਨ ਇਸ ਤਰ੍ਹਾਂ ਦੀ ਕੋਈ ਕਹਾਣੀ ਨਹੀਂ ਹੈ। ਤੁਸੀਂ ਅਕਸਰ ਹੀ ਵੇਖਦੇ ਹੋ। ਹੁਣ ਮੈਨੂੰ ਹੈ, ਮੈਂ ਤੇ ਚੰਨੀ ਸਾਹਿਬ ਇਕੱਠੇ ਜਾ ਰਹੇ ਹਾਂ ਔਰ ਮੈਂ ਕੱਲ ਨੂੰ ਹੋ ਸਕਦਾ ਹੈ ਉਹਨਾਂ ਨੂੰ ਕਹਾਂ ਕਿ ਆਹ ਮੈਨੂੰ ਗੱਲ ਤੁਹਾਡੀ ਚੰਗੀ ਨਹੀਂ ਲੱਗੀ, ਆਹ ਫੈਸਲਾ ਮੈਨੂੰ ਤੁਹਾਡਾ ਚੰਗਾ ਨਹੀਂ ਲੱਗਿਆ। ਸੋ ਇਹ ਤਾਂ ਯਾਰ ਹੋਣਾ ਚਾਹੀਦਾ। ਜੇ ਹਰ ਚੀਜ਼ ਇਹ ਕਹਿ ਦਿੱਤੀ ਜਾਵੇ ਕਿ ਨਰਿੰਦਰ ਮੋਦੀ ਨੂੰ, ਕੇਜਰੀਵਾਲ ਸਾਹਿਬ ਨੂੰ ਜਾਂ ਸੁਖਬੀਰ ਬਾਦਲ ਨੂੰ ਕਿ ਜੋ ਹੈ ਜੀ ਸੱਤ ਹੈ, ਜੋ ਤੁਸੀਂ ਕਰਤਾ ਰੱਬ ਹੋ, ਬਿਲਕੁਲ ਇਹ ਤਾਂ ਬਿਲਕੁਲ ਗਲਤ ਗੱਲ ਹੈ। ਸੋ ਉਹਦੇ ਸੰਕਲਪ ਦੇ ਵਿੱਚ ਜੇ ਕਿਸੇ ਨੇ ਕਹਿਤਾ ਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ, ਉਹਨੂੰ ਵਿਰੋਧ ਨਾ ਲਿਆ ਜਾਵੇ, ਸਗੋਂ ਉਹਨੂੰ ਚੈੱਕ ਕੀਤਾ ਜਾਵੇ ਕਿ ਇਹਦੇ ਵਿੱਚ ਕੀ ਕਮੀਆਂ ਸਨ, ਇਹਨੂੰ ਠੀਕ ਕੀਤਾ ਜਾਵੇ। ਆਖਰੀ ਇੱਕ ਸੁਨੀਲ ਜਾਖੜ ਰਹਿ ਗਏ। ਸੁਨੀਲ ਜਾਖੜ ਦਾ ਕੀ ਕਹਿਣਾ ਚਾਹੋਗੇ ਕਿ ਇਸ ਵਕਤ ਉਹ ਕਿਸ ਭੂਮਿਕਾ 'ਚ ਨੇ? ਕਿਉਂਕਿ ਨਾਰਾਜ਼ਗੀ ਉਹ ਵੀ ਜ਼ਾਹਿਰ ਕਰਦੇ ਪਏ ਨੇ। ਟਵਿੱਟਰ ਫਿਰ ਉਹਨਾਂ ਵੱਲੋਂ ਸ਼ੁਰੂ ਹੋ ਗਏ ਨੇ, ਟਵਿੱਟਰ ਵਾਰ ਜਿਹੜੀ ਹੈ ਇਹ ਨਹੀਂ ਖਤਮ ਹੋ ਰਹੀ ਕਾਂਗਰਸ 'ਚ। ਨਾਰਾਜ਼ਗੀ ਤਾਂ ਯਾਰ ਪਰਿਵਾਰ 'ਚ ਵੀ ਹੁੰਦੀ ਹੈ, ਰੋਜ਼ਾਨਾ ਹੁੰਦੀ ਹੈ, ਰੋਜ਼ਾਨਾ ਰਿਜ਼ੋਲਵ ਹੁੰਦੀ ਹੈ। ਆਪਣੇ ਪਰਿਵਾਰਾਂ 'ਚ ਨਹੀਂ ਹੁੰਦੇ। ਰੋਜ਼ ਸਾਡੇ ਜਵਾਕ ਵੀ ਸਾਡੇ ਨਾਲ ਰੁੱਸ ਜਾਂਦੇ ਆ, ਰੋਜ਼ ਸਾਡੀਆਂ ਘਰ ਵਾਲੀਆਂ ਵੀ ਸਾਡੇ ਨਾਲ ਰੁੱਸ ਜਾਂਦੀਆਂ, ਕਈ ਵਾਰੀ ਅਸੀਂ ਵੀ ਉਹਨਾਂ ਨਾਲ ਮੂੰਹ ਬਣਾ ਲੈਂਦੇ ਹਾਂ। ਪਰ ਮੈਨੂੰ ਲੱਗਦਾ ਜਿੱਥੇ ਪਾਰਟੀ ਦੀ ਗੱਲ ਹੈ,
ਪਾਰਟੀ ਦੀ ਗੱਲ ਹੈ, ਬੀ ਇਟ ਸਿੱਧੂ ਸਾਹਿਬ, ਬੀ ਇਟ ਜਾਖੜ ਸਾਹਿਬ, ਬੀ ਇਟ ਕੋਈ ਐਨੀਬਡੀ, ਜਿੰਨੇ ਵੀ ਲੋਕ ਹੈ ਉਹ ਆਪਦੇ ਮਤਭੇਦ ਹੋਣਗੇ, ਆਪਦੀ ਗੱਲ ਰੱਖ ਰਹੇ ਹੋਣਗੇ, ਲੇਕਿਨ ਜਦੋਂ ਕਾਂਗਰਸ ਪਾਰਟੀ ਦੇ ਝੰਡੇ ਦੀ ਗੱਲ ਆਉਣੀ ਹੈ ਤੇ ਜਦੋਂ ਗਾਂਧੀ ਪਰਿਵਾਰ ਦੀ ਗੱਲ ਆਉਣੀ ਹੈ, ਸਭ ਇਕਮੁੱਠ ਹੋ ਕੇ ਪੰਜਾਬ ਦੇ ਲੋਕਾਂ ਦੀ ਲੜਾਈ ਲੜਨਗੇ। ਧੰਨਵਾਦ ਵੜਿੰਗ ਸਾਹਿਬ। ਤੇ ਇਹ ਸੀਗੇ ਰਾਜਾ ਵੜਿੰਗ ਤੇ ਲਗਾਤਾਰ ਐਕਟਿਵ ਮੋਡ 'ਚ ਵੀ ਨਜ਼ਰ ਆ ਰਹੇ ਨੇ, ਹਰ ਗੱਲ ਦੇ ਉੱਪਰ ਇਹਨਾਂ ਨਾਲ ਗੱਲਬਾਤ ਵੀ ਕੀਤੀ। ਟਰਾਂਸਪੋਰਟ ਮਾਫੀਆ ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜਾ ਉਹ ਖਤਮ ਕੀਤਾ ਜਾਏਗਾ ਤੇ ਸਭ ਤੋਂ ਵੱਡੀ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਚੁਣੌਤੀ ਦਿੱਤੀ ਹੈ, ਆਮੰਤਰਿਤ ਕੀਤਾ ਹੈ ਕਿ ਉਹ ਗਿੱਦੜਬਾਹ ਤੋਂ ਆकर ਇਲੈਕਸ਼ਨ ਲੜਨ। ਕੈਮਰਾ ਮੁਕੁਲ ਦੇ ਨਾਲ ਤਪਨ ਮਲਹੋਤਰਾ ਦਾ ਸਮਰ ਨਿਊਜ਼।